श्री अकाल दर्शकों, हेल्थ टाइम के इस खास प्रोग्राम में तुहाडा सारिਆਂ ਦਾ बहुत-बहुत स्वागत है। ਅੱਜ ਅਸੀਂ ਹਾਂ ਚੰਡੀਗੜ੍ਹ फर्टिलिटी सेंटर सैक्टर 42 ਵਿੱਚ, ਜਿੱਥੇ ਅਸੀਂ ਗੱਲਬਾਤ ਕਰਾਂਗੇ ਵੱਖਰੇ ਡਾਕਟਰਸ ਦੇ ਨਾਲ ਜਿਹੜੇ ਕਿ ਸਾਨੂੰ ਦੱਸਣਗੇ ਬਾਂਝਪਨ ਦੇ ਬਾਰੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਡਾਕਟਰ ਸੁਰਿੰਦਰ ਕੌਰ ਪਨਾਗ ਦੇ ਨਾਲ, ਜੋ ਕਿ ਇੱਕ ਗਾਇਨਾਕੋਲੋਜਿਸਟ ਹੈ ਇਸ ਸੈਂਟਰ ਵਿੱਚ। ਡਾਕਟਰ ਸੁਰਿੰਦਰ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਨਫਰਟਿਲਿਟੀ ਹੁੰਦਾ ਕੀ ਹੈ। ਇਨਫਰਟਿਲਿਟੀ ਤੋਂ ਮਤਲਬ ਹੈ ਬਾਂਝਪਨ। ਜਦੋਂ ਕੋਈ ਵੀ ਵਿਵਾਹਿਤ ਜੋੜਾ ਇੱਕ ਸਾਲ ਇਕੱਠੇ ਰਹਿੰਦੇ ਨੇ ਔਰ ਕੋਸ਼ਿਸ਼ ਕਰਨ ਤੇ ਵੀ ਉਹਨਾਂ ਦੇ ਬੱਚਾ ਨਹੀਂ ਠਹਿਰਦਾ ਤਾਂ ਅਸੀਂ ਉਸ ਨੂੰ ਇਨਫਰਟਿਲਿਟੀ ਕਹਿ ਦਿੰਦੇ। ਇੱਕ ਸਾਲ ਤੋਂ ਬਾਅਦ ਅਗਰ ਬੱਚਾ ਨਹੀਂ ਹੁੰਦਾ ਤਾਂ ਅਸੀਂ ਉਸ ਨੂੰ ਇਨਫਰਟਿਲਿਟੀ ਕਹਿੰਦੇ ਹਾਂ। ਕਿਸੇ ਵੀ ਕਮਿਊਨਿਟੀ ਵਿੱਚ ਜਿਹੜੀ ਇਨਫਰਟਿਲਿਟੀ ਹੈ 10 ਤੋਂ 15% ਹੁੰਦੀ ਹੈ। 85% ਕਪਲਸ ਦੇ ਵਿੱਚ ਬੱਚਾ ਹਮੇਸ਼ਾ ਠਹਿਰ ਜਾਂਦਾ ਹੈ। ਇਨਫਰਟਿਲਿਟੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਐਬਸੋਲਿਊਟ ਇਨਫਰਟਿਲਿਟੀ ਕਹਿੰਦੇ ਨੇ ਤੇ ਇੱਕ ਸਬ ਫਰਟਿਲਿਟੀ ਕਹਿੰਦੇ ਨੇ। ਐਬਸੋਲਿਊਟ ਇਨਫਰਟਿਲਿਟੀ 1 ਤੋਂ 2% ਹੁੰਦੀ ਹੈ, ਜਿਹਦੇ ਵਿੱਚ ਸ਼ੁਕਰਾਣੂ ਹੀ ਨਹੀਂ ਬਣਦੇ ਜਾਂ ਅੰਡਾ ਹੀ ਨਹੀਂ ਬਣਦਾ, ਜਿਸ ਲਈ ਮੁਸ਼ਕਿਲ ਹੋ ਜਾਂਦਾ ਹੈ ਬੱਚਾ ਹੋਣਾ। ਜਿਹੜੀ ਸਬ ਫਰਟਿਲਿਟੀ ਹੈ, ਇਹਦੇ ਵਿੱਚ ਕੋਈ ਨਾ ਕੋਈ ਥੋੜਾ ਬਹੁਤ ਨੁਕਸ ਹੋਣ ਕਰਕੇ ਉਹ ਬੱਚਾ ਪੈਦਾ ਨਹੀਂ ਹੋਣਾ, ਉਸ ਨੂੰ ਅਸੀਂ ਸਬ ਫਰਟਿਲਿਟੀ ਕਹਿੰਦੇ ਹਾਂ। ਡਾਕਟਰ ਸੁਰਿੰਦਰ, ਇੱਕ ਕਪਲ ਵਿੱਚ ਇਨਫਰਟਿਲਿਟੀ ਦੇ ਕਿਹੜੇ-ਕਿਹੜੇ ਕਾਰਨ ਦੇਖਣ ਨੂੰ ਮਿਲਦੇ ਹਨ? ਜਿਹੜੇ ਇਨਫਰਟਿਲਿਟੀ ਦੇ ਕਈ ਕਾਰਨ ਹਨ, ਜਿਸ ਤਰ੍ਹਾਂ 30% ਨੁਕਸ ਹੈਗਾ ਉਹ ਆਦਮੀ ਵਿੱਚ ਹੋ ਸਕਦਾ ਹੈ, 30% ਜਿਹੜਾ ਨੁਕਸ ਹੈ ਉਹ ਔਰਤ ਵਿੱਚ ਹੋ ਸਕਦਾ ਹੈ ਤੇ 40% ਨੁਕਸ ਹੈ ਕਿ ਥੋੜਾ ਬਹੁਤ ਨੁਕਸ ਦੋਨਾਂ ਵਿੱਚ ਹੁੰਦਾ ਹੈ ਤੇ ਇਸ ਕਰਕੇ ਉਹ ਇਨਫਰਟਿਲਿਟੀ ਹੋ ਜਾਂਦੀ ਹੈ ਕਿ ਬੱਚਾ ਨਹੀਂ ਠਹਿਰਦਾ। ਡਾਕਟਰ, ਇੱਕ ਆਦਮੀ ਵਿੱਚ ਬਾਂਝਪਨ ਦੇ ਕਿਹੜੇ-ਕਿਹੜੇ ਨੁਕਸ ਦੇਖਣ ਨੂੰ ਮਿਲਦੇ ਹਨ? ਆਦਮੀ ਵਿੱਚ ਬਾਂਝਪਨ ਦੇ 3 ਕਾਰਨ ਹੋ ਸਕਦੇ ਨੇ। ਪਹਿਲਾ ਕਿ ਸ਼ੁਕਰਾਣੂ ਬਣ ਹੀ ਨਹੀਂ ਰਹੇ। ਸ਼ੁਕਰਾਣੂ ਨਾ ਬਣਨ ਦੇ ਕਾਰਨ ਹਨ ਕਿ ਟੈਸਟਿਸ ਜਿਹੜੀਆਂ ਨਾਰਮਲ ਜਗ੍ਹਾ ਤੇ ਨਹੀਂ ਹਨ। ਦੂਸਰਾ ਹੈ ਕਿ ਉਹਦੇ 'ਚ ਕੋਈ ਜੀਨਸ ਵਿੱਚ ਡਿਫੈਕਟ ਆ ਗਿਆ, ਕ੍ਰੋਮੋਸੋਮਲ ਅਨੋਮਲੀ ਹੋ ਗਈ ਹੈ, ਜਿਵੇਂ ਕਲਾਈਨਫਿਲਟਰ ਸਿੰਡਰੋਮ ਕਹਿੰਦੇ ਆ। ਕਈ ਵਾਰੀ ਵਾਇਰਲ ਇਨਫੈਕਸ਼ਨ ਹੋ ਜਾਂਦੀ ਹੈ ਜਿਹਦੇ ਕਰਕੇ ਕਿ ਸ਼ੁਕਰਾਣੂ ਨਹੀਂ ਬਣਦੇ, ਜਾਂ ਕਈ ਵਾਰੀ ਹੁੰਦਾ ਹੈ ਕਿ ਕੋਈ ਇੰਜਰੀ ਹੋ ਗਈ ਹੈ ਉਸ ਨੂੰ ਤੇ ਫਿਰ ਵੀ ਉਹਦੇ, ਜਾਂ ਇੱਕ ਕ੍ਰੋਨਿਕ ਇਲ ਹੈਲਥ ਹੋ ਜਾਂਦੀ ਹੈ ਜਿਸ ਕਰਕੇ ਸ਼ੁਕਰਾਣੂ ਨਹੀਂ ਬਣਦੇ। ਨੰਬਰ 2 ਹੈ ਕਿ ਸ਼ੁਕਰਾਣੂ ਤਾਂ ਠੀਕ ਬਣ ਰਹੇ ਨੇ ਪਰ ਉਹ ਜਿਹੜੀ ਡਕਟ ਵਿੱਚੋਂ ਬਾਹਰ ਆਉਂਦੇ ਨੇ ਉਹਦੇ ਵਿੱਚ ਕੋਈ ਨੁਕਸ ਹੈ। ਇਹਦਾ ਕੀ ਨੁਕਸ ਹੋ ਸਕਦਾ ਹੈ? ਪਹਿਲੀ ਗੱਲ ਕਿ ਉਹਦੇ 'ਚ ਡਕਟ ਵਿੱਚ ਕੋਈ ਇਨਫੈਕਸ਼ਨ ਹੋ ਸਕਦੀ ਹੈ। ਦੂਸਰਾ, ਜਦੋਂ ਕੋਈ ਨਾਲ ਸਰਜਰੀ ਹੋਈ ਹੈ, ਜਿਵੇਂ ਹਰਨੀਓਰਫੀ ਹੁੰਦੀ ਹੈ, ਉਹ ਡਕਟ ਨੂੰ ਅਗਰ ਇੰਜਰੀ ਹੋ ਜਾਏ ਤਾਂ ਉਹ ਸ਼ੁਕਰਾਣੂ ਬਾਹਰ ਨਹੀਂ ਆ ਸਕਦੇ। ਮੇਨ ਜਿਹੜੀ ਇਨਫੈਕਸ਼ਨ ਹੈਗੀ ਇਹ 3 ਤਰ੍ਹਾਂ ਦੀ ਹੁੰਦੀ ਹੈ, ਟਬਰਕਲੋਸਿਸ, ਕਲਮੀਡੀਆ ਇਨਫੈਕਸ਼ਨ ਤੇ ਗਨੋਰੀਆ ਇਨਫੈਕਸ਼ਨ। ਇਹ 3 ਬਹੁਤ ਇੰਪੋਰਟੈਂਟ ਇਨਫੈਕਸ਼ਨਸ ਹਨ ਜਿਨ੍ਹਾਂ ਕਰਕੇ ਕਿ ਬਲੋਕੇਜ ਹੋ ਜਾਂਦੀ ਹੈ, ਸ਼ੁਕਰਾਣੂ ਠੀਕ ਬਣ ਰਹੇ ਆ ਪਰ ਉਹ ਜਿਹੜੇ ਹੈਗੇ ਨੇ ਬਾਹਰ ਨਹੀਂ ਆ ਰਹੇ। ਤੀਸਰਾ ਨੁਕਸ ਹੈਗਾ ਕਿ ਸਪਰਮ ਠੀਕ ਬਣ ਰਹੇ ਨੇ, ਸਪਰਮ ਠੀਕ ਆ ਵੀ ਰਹੇ ਨੇ ਪਰ ਜਿਹੜੀ ਸਪਰਮ ਦੀ ਮਾਰਫੋਲੋਜੀ ਹੈ ਕਿ ਉਹਨਾਂ ਦੀ ਜਿਹੜੀ ਅਨਾਟਮੀ ਹੈ ਸਪਰਮ ਉਹ ਠੀਕ ਨਹੀਂ ਹੈ। ਜੇ ਉਹ ਠੀਕ ਨਾ ਹੋਵੇ ਤਾਂ ਫਿਰ ਵੀ ਪ੍ਰੈਗਨੈਂਸੀ ਨਹੀਂ ਹੁੰਦੀ। ਡਾਕਟਰ ਸੁਰਿੰਦਰ, ਜਿਵੇਂ ਕਿ ਤੁਸੀਂ ਦੱਸਿਆ ਕਿ ਆਦਮੀਆਂ ਵਿੱਚ ਬਾਂਝਪਨ ਦੇ ਕਿਹੜੇ-ਕਿਹੜੇ ਨੁਕਸ ਦੇਖਣ ਨੂੰ ਮਿਲਦੇ ਹਨ, ਇਸੇ ਤਰ੍ਹਾਂ ਸਾਨੂੰ ਦੱਸੋ ਕਿ ਔਰਤਾਂ ਵਿੱਚ ਬਾਂਝਪਨ ਦੇ ਕਿਹੜੇ-ਕਿਹੜੇ ਨੁਕਸ ਦੇਖਣ ਨੂੰ ਮਿਲਦੇ ਹਨ? ਔਰਤਾਂ ਵਿੱਚ ਵੀ ਇਸ ਤਰ੍ਹਾਂ 30% ਜਿਹੜਾ ਚਾਂਸ ਹੈਗਾ ਔਰਤ ਵਿੱਚ ਹੈਗਾ ਕਿ ਜਿਹਦੇ ਨੁਕਸ ਹੋ ਸਕਦਾ ਹੈ। ਇਹਦੇ ਵਿੱਚ ਕਿ ਹਾਰਮੋਨਲ ਬੈਲੈਂਸ ਸਾਨੂੰ ਬਹੁਤ ਜ਼ਰੂਰੀ ਹੈ। ਇੱਕ ਅੰਡਾ ਬਣਨ ਲਈ ਹਾਰਮੋਨਲ ਬੈਲੈਂਸ ਬਹੁਤ ਜ਼ਰੂਰੀ ਹੈ, ਜਿਹੜਾ ਕਿ ਬੈਲੈਂਸਡ ਹੋਏਗਾ ਤੇ ਤਾਂ ਹੀ ਅੰਡਾ ਪੂਰਾ ਬਣੇਗਾ। ਦੂਸਰਾ ਹੈ ਕਿ ਜਿਹੜੀ ਅੰਡੇਦਾਨੀ ਹੈ ਉਹਦੇ ਵਿੱਚ ਅੰਡਾ ਪੂਰਾ ਬਣਨਾ ਚਾਹੀਦਾ ਹੈ। ਕਈ ਵਾਰੀ ਬੈਲੈਂਸ ਠੀਕ ਨਹੀਂ ਹੁੰਦਾ ਤੇ ਅੰਡਾ ਪੂਰਾ ਬਣਦਾ ਹੈ ਤੇ ਬਾਹਰ ਨਹੀਂ ਆਉਂਦਾ, ਜਿਸ ਡਿਜ਼ੀਜ਼ ਨੂੰ ਅਸੀਂ ਕਹਿੰਦੇ ਹਾਂ ਕਿ PCOD ਕਹਿੰਦੇ ਹਾਂ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼। ਇਹ ਅੱਜ ਕੱਲ੍ਹ ਬੜਾ ਜੰਕ ਫੂਡ ਖਾਣ ਨਾਲ ਬੱਚਿਆਂ ਦੇ ਬਹੁਤ ਜ਼ਿਆਦਾ ਕਾਮਨ ਹੋ ਰਹੀ ਹੈ। ਇਸ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ ਪਰ ਇਹ ਕਾਫੀ ਕਾਮਨ ਹੈ। ਦੂਸਰਾ ਹੈ ਕਿ ਕਈ ਵਾਰੀ ਹਾਰਮੋਨਲ ਅੰਡਾ ਪੂਰਾ ਬਣ ਰਿਹਾ ਹੈ ਪਰ ਜਿਹੜਾ ਕਿ ਰਪਚਰ ਨਹੀਂ ਹੋ ਰਿਹਾ, ਜਿਹਨੂੰ ਅਸੀਂ ਲਿਊਟੀਨਾਈਜ਼ਿੰਗ ਅਨਰਪਚਰਡ ਫੋਲੀਕਲ ਕਹਿੰਦੇ ਹਾਂ, LUF ਕਹਿੰਦੇ ਹਾਂ, ਜਿਸ ਕਰਕੇ ਕਿ ਅੰਡਾ ਨਹੀਂ ਹੁੰਦਾ। ਅੰਡੇਦਾਨੀ ਦੇ ਨੁਕਸ ਦੇ ਨਾਲ ਇੱਕ ਐਂਡੋਮੈਟਰੀਓਸਿਸ ਬਿਮਾਰੀ ਹੁੰਦੀ ਹੈ ਜਿਹਦੇ ਨਾਲ ਕਿ ਜਿਹੜੀ ਬੱਚੇਦਾਨੀ ਦੀ ਲਾਈਨਿੰਗ ਹੈ ਉਹ ਬਾਹਰ ਆ ਜਾਂਦੀ ਹੈ, ਜਿਹਦੇ ਨਾਲ ਸਾਰਾ ਕੁਝ ਜਕੜਿਆ ਜਾਂਦਾ ਹੈ ਤੇ ਅੰਡਾ ਜਿਹੜਾ ਟਰੈਵਲ ਕਰਕੇ ਫਲੋਪੀਅਨ ਟਿਊਬ ਜਿਹੜੀ ਟਿਊਬ ਹੁੰਦੀ ਹੈ ਉਹਦੇ ਤੱਕ ਨਹੀਂ ਪਹੁੰਚ ਸਕਦਾ। ਉਸ ਤੋਂ ਬਾਅਦ ਟਿਊਬਸ ਵਿੱਚ ਵੀ ਕੋਈ ਡਿਫੈਕਟ ਹੋ ਸਕਦਾ। ਸਭ ਤੋਂ ਜ਼ਿਆਦਾ ਜਿਹੜਾ 40% ਜਿਹੜਾ ਨੁਕਸ ਹੈਗਾ ਉਹ ਟਿਊਬਸ ਵਿੱਚ ਹੋ ਸਕਦਾ ਹੈ। ਟਿਊਬਸ ਵਿੱਚ ਕੀ ਹੈ ਕਿ ਟਿਊਬਾਂ ਬਲੌਕ ਹੋ ਸਕਦੀਆਂ। ਟਿਊਬ ਬਲੌਕ ਹੋਣ ਦਾ ਮੇਨ ਕਾਰਨ ਹੈਗਾ ਕਿ ਇਨਫੈਕਸ਼ਨ ਹੋ ਜਾਂਦੀ ਹੈ, ਜਿਹੜੀ ਸਭ ਤੋਂ ਕਾਮਨ ਇਨਫੈਕਸ਼ਨ ਹੈ ਕਿ ਮਰੀਜ਼ ਨੂੰ ਕੋਈ ਬਹੁਤਾ ਪਤਾ ਨਹੀਂ ਚੱਲਦਾ ਪਰ ਉਹ ਜਿਹੜੀ ਹੈ ਗੋਨੋਕੋਕਲ ਇਨਫੈਕਸ਼ਨ ਹੈ, ਇਟਸ ਬਹੁਤ ਕਾਮਨ ਹੈ। ਤੇ ਇੱਕ ਟਬਰਕਲੋਸਿਸ, ਸਾਡੇ ਹਿੰਦੁਸਤਾਨ 'ਚ ਟਬਰਕਲੋਸਿਸ ਇੰਨੀ ਜ਼ਿਆਦਾ ਕਾਮਨ ਹੈ ਕਿ ਆਮ ਮਰੀਜ਼ ਨੂੰ ਪਤਾ ਨਹੀਂ ਲੱਗਦਾ ਤੇ ਜਿਸ ਦੇ ਨਾਲ ਟਿਊਬਾਂ ਬਲੌਕ ਹੋ ਜਾਂਦੀਆਂ ਨੇ। ਇਸ ਕਰਕੇ ਜਿਹੜਾ ਅੰਡਾ ਹੈਗਾ ਉਹ ਟਰੈਵਲ ਉਹਨੇ ਘੁੰਮ ਕੇ ਬੱਚੇਦਾਨੀ 'ਚ ਆਉਣਾ ਹੁੰਦਾ। ਅੰਡੇਦਾਨੀ ਤੋਂ ਲੈ ਕੇ ਟਿਊਬ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਕਿ ਉਹ ਅੰਡਾ ਉਹਦੇ ਵਿੱਚੋਂ ਚੱਲ ਕੇ ਬੱਚੇਦਾਨੀ 'ਚ ਆਉਣਾ ਹੁੰਦਾ ਤੇ ਤਾਂ ਉੱਥੇ ਬੱਚਾ ਠਹਿਰਦਾ ਹੈ। ਪਰ ਜੇ ਟਿਊਬਾਂ ਹੀ ਬਲੌਕ ਹੋਣਗੀਆਂ ਤਾਂ ਫਿਰ ਅੰਡਾ ਨਹੀਂ ਆ ਸਕੇਗਾ।
ਉਸ ਤੋਂ ਅੱਗੇ ਜੀ ਬੱਚੇਦਾਨੀ ਵੀ ਠੀਕ ਹੋਣੀ ਚਾਹੀਦੀ ਹੈ। ਅਗਰ ਬੱਚੇਦਾਨੀ ਠੀਕ ਨਹੀਂ ਹੈ ਤਾਂ ਕਿਸ ਤਰ੍ਹਾਂ ਹੋਏਗਾ, ਕਈ ਵਾਰੀ ਕੰਜੈਨੀਟਲ ਅਨੋਮਲੀ ਹੁੰਦੀ ਹੈ ਕਿ ਬੱਚੇਦਾਨੀ ਬਹੁਤ ਛੋਟੀ ਹੈ ਜਾਂ ਬੱਚੇਦਾਨੀ ਦੋ ਤਰ੍ਹਾਂ 'ਚ ਵੰਡੀ ਹੋਈ ਹੈ। ਕਈ ਵਾਰੀ ਉਹਦੇ 'ਚ ਇੱਕ ਰਸੌਲੀਆਂ ਹੋ ਜਾਂਦੀਆਂ ਹਨ ਜਿਹੜੀਆਂ ਸਾਰੀਆਂ ਉਹਨੂੰ ਭਰ ਲੈਂਦੀਆਂ ਹਨ ਤੇ ਜਿਹਦੇ ਵਿੱਚ ਬੱਚਾ ਠਹਿਰਨ ਦੀ ਕੋਈ ਸਪੇਸ ਹੀ ਨਹੀਂ ਰਹਿ ਜਾਂਦੀ। ਚੌਥਾ ਹੈਗਾ ਕਿ ਇਹਦੇ ਵਿੱਚ ਜੇ ਨੀਚੇ ਵਾਲਾ ਜਿਹੜਾ ਬੱਚੇਦਾਨੀ ਦਾ ਨੀਚੇ ਪਾਰਟ ਹੁੰਦਾ ਜਿਹਨੂੰ ਅਸੀਂ ਸਰਵਿਕਸ ਕਹਿੰਦੇ ਹਾਂ, ਇਹਦੀਆਂ ਵੀ ਸਕ੍ਰੀਸ਼ਨਸ ਜਿਹੜੀਆਂ ਹੈਗੀਆਂ ਸਰਵਾਈਕਲ ਮਿਊਕਸ ਹੈ ਇਹ ਵੀ ਆਪਟੀਮਮ ਹੋਣਾ ਚਾਹੀਦਾ ਹੈ, ਜਿਸ ਕਰਕੇ ਕਿ ਸਪਰਮ ਆਪਣਾ ਚੰਗੀ ਤਰ੍ਹਾਂ ਟਰੈਵਲ ਕਰਕੇ ਫਰਟੀਲਾਈਜੇਸ਼ਨ ਲਈ ਚਲਾ ਜਾਵੇ। ਪਰ ਇਹ ਕਈ ਵਾਰੀ ਬਹੁਤ ਥਿਕ ਹੁੰਦਾ ਹੈ ਜਾਂ ਇਹਦੇ 'ਚ ਐਂਟੀਬਾਡੀਜ਼ ਬਣ ਜਾਂਦੇ ਹਨ ਜਿਹਦੇ ਕਿ ਸਪਰਮ ਨੂੰ ਖਰਾਬ ਕਰ ਦਿੰਦੇ ਹਨ, ਉਹਦਾ ਵੀ ਠੀਕ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਇੱਕ ਜਿਹੜੀ ਪੈਲਵਿਕ ਇਨਫੈਕਸ਼ਨਸ ਹੈਗੀਆਂ ਸਾਰੀਆਂ, ਜਿਹਨੂੰ ਐਂਡੋਮੈਟ੍ਰਿਓਸਿਸ ਕਹਿੰਦੇ ਆ ਜਾਂ ਕ੍ਰੋਨਿਕ ਪੈਲਵਿਕ ਇਨਫੈਕਸ਼ਨਸ ਹੈਗੀਆਂ, ਉਹ ਸਾਰਾ ਕੁਝ ਨੀਚੇ ਪੈਲਵਿਸ ਨੂੰ ਇੰਨਾ ਜਕੜ ਦਿੰਦੀਆਂ ਕਿ ਟਿਊਬਸ ਦੀ ਜਿਹੜੀ ਮੋਬਿਲਿਟੀ ਹੈਗੀ ਹੈ ਉਹਨੂੰ ਬੰਦ ਕਰਦੀਆਂ ਤੇ ਜਿਸ ਕਰਕੇ ਉਹ ਟਰੈਵਲ ਕਰਕੇ ਬੱਚਾ ਪ੍ਰੈਗਨੈਂਸੀ ਫਰਟੀਲਾਈਜ਼ਡ ਓਵਮ ਹੈ ਜਿਹੜਾ ਉਹ ਬੱਚੇਦਾਨੀ ਤੱਕ ਨਹੀਂ ਪਹੁੰਚ ਸਕਦਾ। ਜਾਂ ਬਾਹਰ ਵਾਲੀ ਬਾਹਰ ਦੇ ਸਰੀਰ ਵਿੱਚ ਜੇ ਕੋਈ ਨੁਕਸ ਹੋਵੇ, ਜਦੋਂ ਅਸੀਂ ਫਿਜ਼ੀਕਲ ਚੈੱਕਅਪ ਕਰਦੇ ਹਾਂ ਕਈ ਵਾਰੀ ਜਮਾਂਦਰੂ ਹੀ ਕਈ ਵਾਰੀ ਬੱਚਿਆਂ 'ਚ ਲੇਡੀ 'ਚ ਨੁਕਸ ਹੁੰਦਾ ਤੇ ਉਹ ਸਾਨੂੰ ਉਸ ਤੋਂ ਪਤਾ ਲੱਗ ਜਾਂਦਾ ਹੈ। ਡਾਕਟਰ ਸੁਰਿੰਦਰ, ਮੈਂ ਪੁੱਛਣਾ ਚਾਹਾਂਗੀ ਕਿ ਜਦੋਂ ਤੁਹਾਡੇ ਸੈਂਟਰ ਵਿੱਚ ਕੋਈ ਇਨਫਰਟਾਈਲ ਕਪਲ ਆਂਦਾ ਹੈ ਤੇ ਤੁਸੀਂ ਕਿਸ ਤਰ੍ਹਾਂ ਪਤਾ ਲਗਾਉਂਦੇ ਹੋ ਕਿ ਉਹਦੇ ਵਿੱਚ ਕਿਹੜੇ-ਕਿਹੜੇ ਨੁਕਸ ਹਨ ਤੇ ਤੁਸੀਂ ਉਹਦਾ ਕਿਸ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਕਰਦੇ ਹੋ? ਜਦੋਂ ਕੋਈ ਵੀ ਕਪਲ ਆਂਦਾ ਹੈ ਜਿਹੜਾ ਉਸ ਤੋਂ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਾਉਂਸਲਿੰਗ ਕਰਦੇ ਹਾਂ, ਕਿਉਂਕਿ ਉਹ ਬਹੁਤ ਥੱਕਿਆ ਹੁੰਦਾ ਹੈ ਕਿ ਵੀ ਬੱਚਾ ਬਹੁਤ ਜ਼ਰੂਰੀ ਹੈ ਕਿ ਬੱਚਾ ਨਹੀਂ ਠਹਿਰ ਰਿਹਾ। ਉਹਨਾਂ ਨੂੰ ਦੋਨਾਂ ਆਦਮੀ ਨੂੰ ਵੀ ਤੇ ਔਰਤ ਨੂੰ ਵੀ ਦੋਨਾਂ ਨੂੰ ਅੱਛੀ ਤਰ੍ਹਾਂ ਸਮਝਾਇਆ ਜਾਂਦਾ ਕਿ ਅੱਜ ਕੱਲ੍ਹ ਇੰਨੇ ਆਧੁਨਿਕ ਤਰੀਕੇ ਆ ਗਏ ਹਨ ਕਿ ਜਿਨ੍ਹਾਂ ਨਾਲ ਬੱਚਾ ਠਹਿਰ ਸਕਦਾ ਹੈ। ਫਿਰ ਅਸੀਂ ਪਹਿਲਾਂ ਆਦਮੀ ਦੀ ਜਾਂਚ ਕਰਦੇ ਹਾਂ, ਉਹਦੀ ਏਜ ਬਹੁਤ ਇੰਪੋਰਟੈਂਟ ਹੈ ਔਰ ਉਸਦੀ ਮੈਡੀਕਲ ਹਿਸਟਰੀ ਕਿ ਉਹਨੂੰ ਕੋਈ ਹਾਈਪਰਟੈਂਸ਼ਨ ਤਾਂ ਨਹੀਂ, ਡਾਇਬਟੀਜ਼ ਤਾਂ ਨਹੀਂ, ਤੇ ਉਹਦਾ ਪੁੱਛਿਆ ਜਾਂਦਾ ਹੈ। ਉਹਨੂੰ ਪੁੱਛਦੇ ਹਾਂ ਕਿ ਕੋਈ ਕ੍ਰੋਨਿਕ ਅਲਕੋਹਲ ਟਬੈਕੋ ਵਗੈਰਾ ਤੇ ਨਹੀਂ ਲੈ ਰਹੇ ਜਿਨ੍ਹਾਂ ਕਰਕੇ ਕਿ ਸ਼ੁਕਰਾਣੂ ਪ੍ਰੋਪਰ ਨਹੀਂ ਬਣਦੇ, ਸਾਰੀਆਂ ਥਾਇਰੋਇਡ ਦੀ ਕੋਈ ਪ੍ਰੋਬਲਮ ਤਾਂ ਨਹੀਂ, ਹਾਈਪਰਟੈਂਸ਼ਨ ਤਾਂ ਨਹੀਂ, ਡਾਇਬਟੀਜ਼ ਤਾਂ ਨਹੀਂ। ਉਹ ਸਾਰੀ ਪਾਸ ਹਿਸਟਰੀ ਲੈਣ ਤੋਂ ਬਾਅਦ ਫਿਰ ਅਸੀਂ ਉਹਨਾਂ ਦਾ ਫਿਜ਼ੀਕਲ ਚੈੱਕਅਪ ਕਰਦੇ ਹਾਂ। ਫਿਜ਼ੀਕਲ ਚੈੱਕਅਪ ਅਗਰ ਨਾਰਮਲ ਹੁੰਦਾ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਸਾਰੇ ਹਾਰਮੋਨਲ ਐਸੇ ਕਰਦੇ ਹਾਂ ਤਾਂ ਕਿ ਹਾਰਮੋਨਸ ਦਾ ਪ੍ਰੋਪਰ ਹੋਣਾ ਬਹੁਤ ਜ਼ਰੂਰੀ ਹੈ ਕਿ ਤਾਂ ਕਿ ਸ਼ੁਕਰਾਣੂ ਪੂਰੇ ਠੀਕ ਤਰ੍ਹਾਂ ਬਣ ਸਕਣ ਤੇ ਮੋਟਿਲਿਟੀ ਉਹਨਾਂ ਦੀ ਠੀਕ ਹੋ ਸਕੇ। ਉਸ ਤੋਂ ਬਾਅਦ ਉਹਨਾਂ ਦੀ ਮੇਨ ਜਿਹੜੀ ਇਨਵੈਸਟੀਗੇਸ਼ਨ ਆਦਮੀ 'ਚ ਹੈਗੀ ਹੈ ਸੀਮਨ ਐਨਾਲਿਸਿਸ ਹੈਗਾ। ਸੀਮਨ ਐਨਾਲਿਸਿਸ ਤੋਂ ਪਤਾ ਸਾਨੂੰ ਲੱਗ ਜਾਂਦਾ ਹੈ ਕਿ ਕਿੰਨਾ ਸਪਰਮਸ ਹੈਗੇ ਆ, ਉਹਨਾਂ ਦਾ ਕਿਸ ਤਰ੍ਹਾਂ ਹੈਗਾ, ਕਿੰਨਾ ਕਾਊਂਟ ਹੈਗਾ। ਇਸੇ ਤਰ੍ਹਾਂ ਹੀ ਔਰਤ ਵਿੱਚ ਫਿਜ਼ੀਕਲ ਐਗਜ਼ਾਮੀਨੇਸ਼ਨ ਕੀਤਾ ਜਾਂਦਾ, ਉਹਦੀ ਹਿਸਟਰੀ ਲਿੱਤੀ ਜਾਂਦੀ ਸਾਰੀ, ਤੇ ਹਿਸਟਰੀ ਲੈਣ ਤੋਂ ਬਾਅਦ ਉਹਨੂੰ ਫਿਜ਼ੀਕਲ ਐਗਜ਼ਾਮੀਨੇਸ਼ਨ 'ਚ ਲੱਗਦਾ ਹੈ ਕਿ ਅਗਰ ਕੋਈ ਨੁਕਸ ਨਹੀਂ ਹੈ ਤੇ ਸਾਰੀਆਂ ਲੈਬੋਰਟਰੀ ਇਨਵੈਸਟੀਗੇਸ਼ਨ ਸਾਰੇ ਉਹਦੀ ਕੋਈ ਕ੍ਰੋਨਿਕ ਇਲਨੈਸ ਤਾਂ ਨਹੀਂ ਹੈ। ਉਸ ਤੋਂ ਬਾਅਦ ਇੱਕ ਅਲਟਰਾਸਾਊਂਡ ਕਰਵਾਉਣਾ ਲੇਡੀ ਦਾ ਬਹੁਤ ਜ਼ਰੂਰੀ ਹੈ, ਜਿਸ ਸੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅੰਡੇਦਾਨੀ ਵਿੱਚ ਅੰਡਾ ਬਣ ਰਿਹਾ ਤਾਂ ਕਿਹੜੀ ਸਟੇਜ ਤੇ ਬਣ ਰਿਹਾ ਤੇ ਉਹ ਰਪਚਰ ਹੋ ਰਿਹਾ ਕਿ ਨਹੀਂ ਹੋ ਰਿਹਾ। ਔਰ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਸੀਂ ਹਾਰਮੋਨਸ ਦਾ ਵੀ ਐਸੇ ਕਰਦੇ ਹਾਂ ਡੇ ਸਪੈਸੀਫਿਕ, ਜਿਵੇਂ 3rd ਡੇ ਤੇ ਅਸੀਂ ਉਹਨਾਂ ਦਾ ਹਾਰਮੋਨਲ ਐਸੇ ਕਰਦੇ ਹਾਂ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਹਾਰਮੋਨਸ ਲਾਈਕ FSH ਹੈ, LH ਹੈ, ਇਹਨਾਂ ਦਾ ਬੈਲੈਂਸ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਉਹਦੇ ਅਕੋਰਡਿੰਗਲੀ ਅਗਰ ਕੋਈ ਨੁਕਸ ਹੋਵੇ ਤਾਂ ਉਹ ਟ੍ਰੀਟਮੈਂਟ ਕੀਤਾ ਜਾਂਦਾ। ਇਹ ਸਨ ਡਾਕਟਰ ਸੁਰਿੰਦਰ ਕੌਰ ਪਨਾਗ ਜਿਨ੍ਹਾਂ ਨੇ ਸਾਨੂੰ ਬਾਂਝਪਨ ਦੇ ਕਾਰਨ ਤੇ ਇਲਾਜ ਬਾਰੇ ਦੱਸਿਆ। ਹੁਣ ਅਸੀਂ ਗੱਲ ਕਰਾਂਗੇ ਡਾਕਟਰ ਪਰਮਜੀਤ ਕੌਰ ਨਾਲ, ਜੋ ਕਿ ਇਸ ਸੈਂਟਰ ਵਿੱਚ ਲੈਬ ਡਾਇਰੈਕਟਰ ਹਨ। ਡਾਕਟਰ ਪਰਮਜੀਤ, ਸਭ ਤੋਂ ਪਹਿਲਾਂ ਤੁਸੀਂ ਆਪਣੇ ਸੈਂਟਰ ਦੇ ਬਾਰੇ ਵਿੱਚ ਜਾਣਕਾਰੀ ਦਿਓ। ਚੰਡੀਗੜ੍ਹ ਫਰਟੀਲਿਟੀ ਸੈਂਟਰ ਕਾਫੀ ਪੁਰਾਣਾ ਸੈਂਟਰ ਹੈ ਔਰ ਇਸ ਸੈਂਟਰ ਦੇ ਵਿੱਚ ਪੂਰੀ ਟੀਮ ਅਵੇਲੇਬਲ ਹੈ, ਜਿਹਦੇ ਵਿੱਚ ਕਿ 2 ਗਾਇਨੇਕੋਲੋਜਿਸਟ ਹਨ, ਡਾਕਟਰ ਮਹਿੰਦਰਜੀਤ ਕੌਰ ਬਰਾੜ IVF ਸਪੈਸ਼ਲਿਸਟ ਨੇ ਔਰ ਡਾਕਟਰ ਸੁਰਿੰਦਰ ਪਨਾਗ ਰੂਟੀਨ ਪੇਸ਼ੈਂਟਸ ਨੂੰ ਹੈਂਡਲ ਕਰਦੇ ਨੇ। ਇਸ ਤੋਂ ਇਲਾਵਾ ਡਾਕਟਰ ਰਣਬੀਰ ਸਿੰਘ ਰੀਨ डायरेक्टर ने इस इंस्टीट्यूट ਦੇ और डॉक्टर परमजीत रीन यानी कि माई सेल्फ आई एम लुकिंग आफ्टर द ਲੈਬੋਰੇਟਰੀ ਪਾਰਟ ਆਫ ਦ ਸੈਂਟਰ। ਸਭ ਤੋਂ ਪਹਿਲਾਂ ਡਾਕਟਰ ਪਰਮਜੀਤ ਸਾਡੇ ਦਰਸ਼ਕਾਂ ਨੂੰ ਅਸਿਸਟਡ ਰੀਪਰੋਡਕਟਿਵ ਟੈਕਨੀਕ ਬਾਰੇ ਦੱਸੋ। ਜਿਵੇਂ ਕਿ ਅਸਿਸਟਡ ਰੀਪਰੋਡਕਟਿਵ ਟੈਕਨੀਕਸ ਨਾਮ ਆਪਣੇ ਆਪ 'ਚ ਹੀ ਐਕਸਪਲੇਨੇਟਰੀ ਹੈ। ਇਹ ਉਹ ਪ੍ਰੋਸੀਜਰਸ ਹਨ ਜਿਨ੍ਹਾਂ ਦੀ ਮਦਦ ਦੇ ਨਾਲ ਨਿਸੰਤਾਨ ਜੋੜੇ ਸੰਤਾਨ ਸੁਖ ਪ੍ਰਾਪਤ ਕਰ ਸਕਦੇ ਹਨ। ਡਾਕਟਰ ਪਰਮਜੀਤ, ਤੁਸੀਂ ਅਸਿਸਟਡ ਰੀਪਰੋਡਕਟਿਵ ਟੈਕਨੀਕ ਬਾਰੇ ਜਾਣਕਾਰੀ ਦਿੱਤੀ, ਹੁਣ ਦੱਸੋ ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਅਸਿਸਟਡ ਰੀਪਰੋਡਕਟਿਵ ਟੈਕਨੀਕਸ ਦਾ ਐਡਵੈਂਟ ਕੋਈ 30 ਤੋਂ 35 ਸਾਲ ਪਹਿਲਾਂ ਹੋਇਆ ਸੀ ਔਰ ਇਸ ਦੌਰਾਨ ਕਈ ਤਰ੍ਹਾਂ ਦੀਆਂ ਟੈਕਨੀਕਸ ਦਾ ਇਜਾਦ ਹੋਇਆ, ਜਿਨ੍ਹਾਂ 'ਚੋਂ ਮੇਜਰ ਟੈਕਨੀਕਸ ਇੰਟਰਾਯੂਟਰਾਈਨ ਇਨਸੈਮੀਨੇਸ਼ਨ ਔਰ ਇਹਦੀਆਂ 2 ਮਾਈਨਰ ਫਾਰਮਸ ਨੇ ਜਿਨ੍ਹਾਂ ਨੂੰ ਅਸੀਂ ਇੰਟਰਾ ਸਰਵਾਈਕਲ ਇਨਸੈਮੀਨੇਸ਼ਨ ਜਾਂ ਇੰਟਰਾ ਵਜਾਈਨਲ ਇਨਸੈਮੀਨੇਸ਼ਨ ਕਹਿੰਦੇ ਹਾਂ।
ਸੈਕੰਡ ਮੇਜਰ ਕੈਟੇਗਰੀ ਇਹਨਾਂ ਟੈਕਨੀਕਸ ਦੀ ਹੈਗੀ ਹੈ ਜ਼ਾਈਗੋਟ ਇੰਟਰਾਫਲੋਪੀਅਨ ਟਰਾਂਸਫਰ ਜਾਂ ਗਮੀਟ ਇੰਟਰਾਫਲੋਪੀਅਨ ट्रांसफर टेक्नीक। थर्ड टेक्नीक टेस्ट ट्यूब बेबी टेक्नीक कॉमनली जिन्हों असी कहने और साइंटिफिक टर्म दे विच असी इनू इन विट्रो फर्टिलाइजेशन टेक्नीक भी कहने। इन्हां टेक्नीक्स दे विच सब तो एडवांस टेक्नीक इंट्रासाइटोप्लाज्मिक स्पर्म इंजैक्शन हैगा ते इन्हां टेक्नीक्स के जरिए ही बेऔलाद जोड़े दे विच असी प्रेगनेंसी ठहरा सकते हाँ। डॉक्टर परमजीत, ਤੁਹਾਡੇ ਸੈਂਟਰ ਵਿੱਚ ਅਸਿਸਟਡ ਰੀਪਰੋਡਕਟਿਵ ਟੈਕਨੀਕ ਦੀ ਕਿਹੜੀ ਮੇਜਰ ਟੈਕਨੀਕਸ ਅਵੇਲੇਬਲ ਹਨ? ਸਾਡਾ ਸੈਂਟਰ ਬੇਸਿਕਲੀ ਦੋ ਟੈਕਨੀਕਸ ਤੇ ਕੰਮ ਕਰਦਾ ਹੈ। ਪਹਿਲੀ ਟੈਕਨੀਕ ਹੈ ਇੰਟਰਾਯੂਟਰਾਈਨ ਇਨਸੈਮੀਨੇਸ਼ਨ, ਜਿਹਦੇ ਰਾਹੀਂ ਅਸੀਂ 70 ਤੋਂ 80% ਪੇਸ਼ੈਂਟਸ ਨੂੰ ਕਾਮਯਾਬੀ ਨਾਲ ਬੱਚਾ ਠਹਿਰਾ ਦਿੰਦੇ ਹਾਂ। ਔਰ ਦੂਸਰੀ ਟੈਕਨੀਕ ਹੈ ਇਨ ਵਿਟਰੋ ਫਰਟੀਲਾਈਜੇਸ਼ਨ ਜਾਂ ਟੈਸਟ ਟਿਊਬ ਬੇਬੀ ਟੈਕਨੀਕ। ਇਹ ਬਹੁਤ ਘੱਟ ਪੇਸ਼ੈਂਟਸ ਨੂੰ ਇਸ ਦੀ ਜ਼ਰੂਰਤ ਪੈਂਦੀ ਹੈ ਔਰ ਜਿਨ੍ਹਾਂ ਪੇਸ਼ੈਂਟਸ ਨੂੰ ਅਸੀਂ IUI ਨਾਲ ਨਹੀਂ ਟਰੀਟ ਕਰ ਪਾਉਂਦੇ ਜਾਂ ਜਿਨ੍ਹਾਂ ਦੀ ਇੰਡੀਕੇਸ਼ਨ IVF ਦੀ ਹੀ ਹੁੰਦੀ ਹੈ ਉਹਨਾਂ ਨੂੰ ਅਸੀਂ ਇਹ ਟੈਕਨੀਕ ਉਪਲਬਧ ਕਰਾਉਂਦੇ ਹਾਂ। ਡਾਕਟਰ ਪਰਮਜੀਤ, IUI ਜਿਹਨੂੰ ਇੰਟਰਾ ਯੂਟਰਾਈਨ ਇਨਸੈਮੀਨੇਸ਼ਨ ਟੈਕਨੀਕ ਕਹਿੰਦੇ ਹੈ, ਉਹ ਕੀ ਹੈ ਤੇ ਉਹ ਕਿਹੜੇ ਪੇਸ਼ੈਂਟਸ ਵਾਸਤੇ ਬੈਨੀਫੀਸ਼ੀਅਲ ਹੁੰਦੀ ਹੈ? ਇੰਟਰਾ ਯੂਟਰਾਈਨ ਇਨਸੈਮੀਨੇਸ਼ਨ ਜਿਹਨੂੰ ਅਸੀਂ ਕਾਮਨਲੀ IUI ਵੀ ਕਹਿੰਦੇ ਹਾਂ, ਇਹ ਇਸ ਟੈਕਨੀਕ ਦੇ ਦੁਆਰਾ ਅਸੀਂ ਪੁਰਸ਼ਾਂ ਦੇ ਸ਼ੁਕਰਾਣੂ ਨੂੰ ਸੈਮੀਨਲ ਪਲਾਜ਼ਮਾ ਤੋਂ ਅਲੱਗ ਕਰਕੇ ਔਰਤ ਦੇ ਯੂਟਰਸ ਦੇ ਵਿੱਚ ਟਰਾਂਸਫਰ ਕਰ ਦਿੰਦੇ ਹਾਂ। ਔਰ ਇਹ ਟੈਕਨੀਕ ਬੇਸਿਕਲੀ ਉਹਨਾਂ ਪੇਸ਼ੈਂਟਸ ਦੇ ਕੰਮ ਆਉਂਦੀ ਹੈ ਜਿਨ੍ਹਾਂ ਵਿੱਚ ਜਾਂ ਤਾਂ ਏਜ਼ੋਸਪਰਮੀਆ ਹੋਏ, ਨਿਲ ਸਪਰਮ ਬਣਦੇ ਹੋਣ ਤੇ ਅਸੀਂ ਸਪਰਮ ਬੈਂਕ ਤੋਂ ਸਪਰਮ ਲੈ ਕੇ ਇਹਨਾਂ ਪੇਸ਼ੈਂਟਸ ਨੂੰ ਕੰਸੀਵ ਕਰਾਈਦਾ ਹੈ। ਜਾਂ ਜਿਨ੍ਹਾਂ ਪੁਰਸ਼ਾਂ ਦੇ ਵਿੱਚ ਸ਼ੁਕਰਾਣੂ ਦੀ ਮਾਤਰਾ ਥੋੜੀ ਘੱਟ ਹੋਵੇ ਉਹਨਾਂ ਪੇਸ਼ੈਂਟਸ ਵਾਸਤੇ ਵੀ IUI ਟੈਕਨੀਕ ਨੂੰ ਯੂਜ਼ ਕੀਤਾ ਜਾਂਦਾ ਹੈ। ਔਰਤਾਂ ਦੇ ਮੇਨ ਕਾਰਨ ਹੁੰਦੇ ਨੇ ਜਿੱਥੇ ਮਾਹਵਾਰੀ ਰੈਗੂਲਰ ਨਹੀਂ ਆਉਂਦੀ ਤੇ ਉਹਨਾਂ ਨੂੰ ਅਸੀਂ ਪਲੈਨਡ ਓਵੂਲੇਸ਼ਨ ਦੇ ਤੋਂ ਬਾਅਦ ਦੇ ਵਿੱਚ ਇੰਟਰਾਯੂਟਰਾਈਨ ਇਨਸੈਮੀਨੇਸ਼ਨ ਕਰਾ ਕੇ ਕੰਸੀਵ ਕਰਾਈਦਾ ਹੈ। ਸਭ ਤੋਂ ਜਿਹੜਾ ਐਡਵਰਸ ਕੇਸਿਸ ਹੁੰਦੇ ਨੇ ਫੀਮੇਲਸ ਦੇ ਵਿੱਚ ਉਹ PCOD ਦੇ ਹੁੰਦੇ ਨੇ। PCOD ਦੇ ਕਾਰਨਾਂ ਨੂੰ ਟਰੀਟ ਕਰਕੇ ਉਸ ਤੋਂ ਬਾਅਦ ਇੰਟਰਾਯੂਟਰਾਈਨ ਇਨਸੈਮੀਨੇਸ਼ਨ ਕੀਤੀ ਜਾਂਦੀ ਹੈ। ਕਈ ਔਰਤਾਂ ਦੇ ਵਿੱਚ ਦੇਖਿਆ ਗਿਆ ਹੈ ਕਿ ਪੋਸਟ ਕੋਇਟਲ ਟੈਸਟ ਦੇ ਵਿੱਚ ਇਮਿਊਨੋਲੋਜੀਕਲ ਫੈਕਟਰਸ ਬੜਾ ਰੋਲ ਪਲੇ ਕਰਦੇ ਨੇ ਕਿ ਔਰਤਾਂ ਕੰਸੀਵ ਨਹੀਂ ਕਰ ਪਾਉਂਦੀਆਂ। ਉਹਨਾਂ ਦੇ ਵਿੱਚ ਐਂਟੀਸਪਰਮ ਐਂਟੀਬਾਡੀਜ਼ ਹੁੰਦੀਆਂ ਨੇ ਔਰ ਇਸ ਕਾਰਨ ਸਪਰਮ ਅਗਰ ਨੈਚੁਰਲ ਕੰਡੀਸ਼ਨ ਦੇ ਵਿੱਚ ਅਸੀਂ ਲੈਂਦੇ ਹਾਂ ਤੇ ਉਹ ਕੰਸੀਵ ਨਹੀਂ ਕਰ ਪਾਉਂਦੀਆਂ। ਸੋ ਸਾਨੂੰ ਜਿਹੜਾ ਸਪਰਮ ਹੈ ਉਹਨੂੰ ਯੂਟਰਸ ਦੇ ਵਿੱਚ ਹੀ ਟਰਾਂਸਫਰ ਕਰਨਾ ਪੈਂਦਾ ਹੈ ਕੰਸੈਪਸ਼ਨ ਅਚੀਵ ਕਰਨ ਵਾਸਤੇ। ਇੰਟਰਾ ਯੂਟਰਾਈਨ ਇਨਸੈਮੀਨੇਸ਼ਨ ਬੇਸਿਕਲੀ ਸਪਰਮ ਨੂੰ ਅਸੀਂ ਕੰਸਨਟਰੇਟ ਕਰਕੇ ਬਹੁਤ ਥੋੜ੍ਹੇ ਮੀਡੀਆ ਦੇ ਵਿੱਚ ਲੈ ਲੈਂਦੇ ਹਾਂ ਅਤੇ ਬਹੁਤ ਹੀ ਵਧੀਆ ਕੁਆਲਿਟੀ ਜਿਹਦੇ ਵਿੱਚ ਹਾਈ ਮੋਟਿਲਿਟੀ ਸਪਰਮ ਇਨਕਲੂਡ ਕਰਦੇ ਹਾਂ। ਇਹਨਾਂ ਨੂੰ ਇੱਕ ਸੌਫਟ ਕੈਥੇਟਰ ਦੇ ਰਾਹੀਂ ਫੀਮੇਲ ਦੇ ਯੂਟਰਸ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ। ਮੈਮ, ਤੁਸੀਂ ਇੰਟਰਾ ਯੂਟਰਾਈਨ ਇਨਸੈਮੀਨੇਸ਼ਨ ਟੈਕਨੀਕ ਦੇ ਬਾਰੇ ਚ ਦੱਸਿਆ ਤੇ ਹੁਣ ਦੱਸੋ ਇਹਦਾ ਸਕਸੈਸ ਰੇਟ ਕਿੰਨਾ ਹੈ? ਇੰਟਰਾ ਯੂਟਰਾਈਨ ਇਨਸੈਮੀਨੇਸ਼ਨ ਦਾ ਵਰਲਡ ਓਵਰ ਸਕਸੈਸ ਰੇਟ 20 ਤੋਂ 25% ਹੈ ਔਰ ਪੇਸ਼ੈਂਟ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਅਗਰ 2-4 ਮਹੀਨੇ ਲੱਗ ਵੀ ਜਾਣ। ਨਾਰਮਲੀ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਕਈ ਸਾਲਾਂ ਤੋਂ ਬਾਂਝਪਨ ਤੋਂ ਪ੍ਰਤਾੜਿਤ ਹੁੰਦਾ ਹੈ ਪਰ ਸੈਂਟਰ 'ਚ ਆਉਂਦਿਆਂ ਸਾਰ ਹੀ ਉਹਨਾਂ ਨੂੰ ਬਹੁਤ ਉਮੀਦਾਂ ਵੱਧ ਜਾਂਦੀਆਂ ਨੇ। ਸੋ ਸਾਡੀ ਰਾਏ ਇਹੀ ਹੈ ਕਿ ਜਦੋਂ ਵੀ ਇਹ ਇਲਾਜ ਸ਼ੁਰੂ ਕਰਨ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਨਾ ਰੱਖਦੇ ਹੋਏ ਇਲਾਜ ਕਮ ਸੇ ਕਮ ਇੰਟਰਾਯੂਟਰਾਈਨ ਇਨਸੈਮੀਨੇਸ਼ਨ 4 ਤੋਂ 5 ਵਾਰੀ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ ਕੋਈ ਦੂਸਰਾ ਸਟੈਪ ਕੰਸੀਡਰ ਕਰਨ ਤੋਂ ਪਹਿਲਾਂ। ਜਿਵੇਂ ਕਿ ਮੈਮ ਟੈਸਟ ਟਿਊਬ ਬੇਬੀ ਟੈਕਨੀਕ ਥੋੜੇ ਹੀ ਟਾਈਮ ਵਿੱਚ ਕਾਫੀ ਫੇਮਸ ਹੋ ਗਈ ਹੈ ਆਮ ਲੋਕਾਂ ਵਿੱਚ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਡਿਟੇਲ ਵਿੱਚ ਦੱਸੋ। ਇੰਡੀਆ ਵਿੱਚ ਇਹ ਟੈਕਨੀਕ ਆਇਆ ਕੋਈ 20 ਤੋਂ 25 ਸਾਲ ਹੋ ਗਏ ਨੇ ਪਰ ਇਸ ਟੈਕਨੀਕ ਦਾ ਇਜਾਦ ਇੰਗਲੈਂਡ ਦੇ ਵਿੱਚ ਡਾਕਟਰ ਸਟੈਪਟੋ ਅਤੇ ਡਾਕਟਰ ਐਡਵਰਡ ਨੇ ਕੀਤਾ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਇਹ ਟੈਕਨੀਕ ਵਨ ਆਫ ਦਾ ਮੇਜਰ ਟੈਕਨੀਕ ਬਣ ਗਈ ਬੇਔਲਾਦ ਜੋੜਿਆਂ ਨੂੰ ਕੰਸੀਵ ਕਰਾਉਣ ਦੇ ਵਿੱਚ। ਔਰ ਇਹ ਟੈਕਨੀਕ ਅਸੀਂ ਕਾਫੀ ਸਾਲਾਂ ਤੋਂ ਯੂਜ਼ ਕਰ ਰਹੇ ਹਾਂ ਇੰਡੀਆ ਦੇ ਵਿੱਚ ਵੀ। ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ 20 ਤੋਂ 25 ਸਾਲ ਤੋਂ ਇੰਡੀਆ ਵਿੱਚ ਵੀ ਇਹ ਟੈਕਨੀਕ ਨੂੰ ਅਸੀਂ ਯੂਜ਼ ਕਰ ਰਹੇ ਹਾਂ। ਬੇਸਿਕਲੀ ਇਹ ਟੈਕਨੀਕ ਅਸੀਂ ਉਹਨਾਂ ਜੋੜਿਆਂ ਦੇ ਵਿੱਚ ਅਪਣਾਉਂਦੇ ਹਾਂ ਜਿਨ੍ਹਾਂ ਦੇ ਵਿੱਚ ਔਰਤ ਦੀ ਉਮਰ
कुछ ज़्यादा होए। कहने का मतलब है कि एडवांस्ड मैटरनल एज के पेशेंट्स आइडियल ने IVF टैक्नीक नूं अपनाउण वास्ते, या जिन्हां औरतां दे विच बायलैटरल ट्यूबल ब्लॉकेज होए। ਇਹਦੇ ਵਿੱਚ ਬੱਚੇਦਾਨੀ ਜਿਹੜੀ ਹੈ ਉਹਦੇ ਜਿਹੜਾ ਸਾਈਡ ਦੇ ਉੱਤੇ ਫਲੋਪੀਅਨ ਟਿਊਬਸ ਹੁੰਦੀਆਂ ਨੇ, ਇਹਨਾਂ ਦੇ ਰਾਹੀਂ ਅੰਡਾ ਜਿਹੜਾ ਇਹ ਯੂਟਰਸ ਦੇ ਵਿੱਚ ਆਉਂਦਾ ਹੈ ਤੇ ਤਾਂ ਹੀ ਕਨਸੈਪਸ਼ਨ ਹੋ ਪਾਉਂਦੀ ਹੈ। ਪਰ ਜਿਨ੍ਹਾਂ ਔਰਤਾਂ ਦੇ ਵਿੱਚ ਟਿਊਬਲ ਬਲੌਕੇਜ ਹੁੰਦੀ ਹੈ ਉਹਨਾਂ ਦਾ ਅਸੀਂ ਅੰਡੇ ਨੂੰ ਬਾਹਰ ਕੱਢ ਕੇ ਉਹਨੂੰ ਫਰਟੀਲਾਈਜ਼ ਕਰਕੇ ਤੇ ਯੂਟਰਸ ਦੇ ਵਿੱਚ ਪਾਉਂਦੇ ਹਾਂ। ਇਹ ਟੈਕਨੀਕ ਉਹਨਾਂ ਔਰਤਾਂ ਵਾਸਤੇ ਵੀ ਠੀਕ ਹੈ ਜਿਨ੍ਹਾਂ ਦੇ ਵਿੱਚ ਹਿਸਟਰੀ ਆਫ ਐਂਡੋਮੈਟਰੀਓਸਿਸ ਜਾਂ PID ਇਜ਼ ਪੈਲਵਿਕ ਇਨਫਲੇਮੇਟਰੀ ਡਿਜ਼ੀਜ਼, ਜਿੱਥੇ ਕਿ ਫੀਮੇਲ ਨੂੰ ਇਨਫੈਕਸ਼ਨ ਹੁੰਦੀ ਹੈ ਔਰ ਉਹਨੂੰ ਟਰੀਟ ਕਰਨ ਤੋਂ ਬਾਅਦ ਦੇ ਵਿੱਚ IVF ਟੈਕਨੀਕ ਦੇ ਦੁਆਰਾ ਅਸੀਂ ਫੀਮੇਲ ਨੂੰ ਕਨਸੀਵ ਕਰਾਉਂਦੇ ਹਾਂ। ਅਗਰ ਸਾਡੇ IUI ਸਾਈਕਲ 3 ਜਾਂ 4 ਵਾਰੀ ਕਰਨ ਤੋਂ ਬਾਅਦ ਫੇਲ ਹੋ ਜਾਂਦੇ ਨੇ ਤੇ ਉਹਨਾਂ ਪੇਸ਼ੈਂਟਸ ਨੂੰ ਵੀ ਅਸੀਂ IVF ਦੀ ਸਲਾਹ ਦੇ ਦਈਏ। ਕਈ ਪੇਸ਼ੈਂਟਸ ਨੂੰ ਅਸੀਂ ਦੇਖਿਆ ਗਿਆ ਹੈ ਕਿ ਉਹਨਾਂ ਨੂੰ ਸ਼ੁਰੂਆਤ ਤੋਂ ਹੀ ਓਵੇਰੀਅਨ ਫੇਲੀਅਰ ਹੁੰਦਾ ਹੈ, ਯਾਨੀ ਕਿ ਉਹਨਾਂ ਦੇ ਵਿੱਚ ਅੰਡੇ ਬਣਦੇ ਹੀ ਨਹੀਂ ਹੈ, ਜਾਂ ਫਿਰ ਕਈ ਮੀਨੋਪੌਜ਼ਲ ਲੇਡੀਜ਼ ਜਿਨ੍ਹਾਂ ਦੇ ਬੱਚਿਆਂ ਦਾ ਕੋਈ ਟ੍ਰੈਜਿਕ ਇਵੈਂਟ ਹੋਇਆ ਹੁੰਦਾ, ਦੇ ਵਾਂਟ ਕਿ ਉਹਨਾਂ ਨੂੰ ਫੈਮਿਲੀ ਅੱਗੇ ਵਧਾਉਣੀ ਪੈਂਦੀ ਹੈ। ਇਹਨਾਂ ਕੇਸਿਸ ਦੇ ਵਿੱਚ ਵੀ ਅਸੀਂ ਟਰਾਈ ਕਰਦੇ ਹਾਂ ਕਿ IVF ਦੇ ਰਾਹੀਂ ਇਹਨਾਂ ਨੂੰ ਬੱਚਾ ਕਨਸੀਵ ਹੋ ਜਾਏ। ਸੋ ਓਵੇਰੀਅਨ ਫੇਲੀਅਰ ਜਾਂ ਮੀਨੋਪੌਜ਼ਲ ਪੇਸ਼ੈਂਟਸ ਦੇ ਵਿੱਚ ਕਈ ਵਾਰੀ ਅਸੀਂ ਡੋਨਰ ਓਸਾਈਟ ਦੀ ਯੂਟਿਲਾਈਜੇਸ਼ਨ ਕਰਦੇ ਹਾਂ ਔਰ ਸੰਤਾਨ ਸੁੱਖ ਦੀ ਪ੍ਰਾਪਤੀ ਪੇਸ਼ੈਂਟਸ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਮੈਮ ਹੁਣ ਤੁਸੀਂ ਬਰੀਫਲੀ ਸਾਨੂੰ IVF ਟੈਕਨੀਕ ਦੇ ਸਟੈਪਸ ਬਾਰੇ ਦੱਸੋ। ਹਾਂਜੀ, IVF ਜਿਹੜਾ ਹੈਗਾ ਇਹ ਇੱਕ ਬਹੁਤ ਹੀ ਐਡਵਾਂਸਡ ਟੈਕਨੀਕ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਔਰਤ ਦੇ ਵਿੱਚ ਅੰਡੇ ਬਣਾਉਣ ਵਾਸਤੇ ਹਾਰਮੋਨਲ ਇੰਜੈਕਸ਼ਨ ਦਿੰਦੇ ਹਾਂ, ਔਰ ਸੈਕੰਡ ਸਟੈਪ ਇਹ ਹੈ ਕਿ ਅਸੀਂ ਅਲਟਰਾਸਾਊਂਡ ਦੀ ਮੋਨੀਟਰਿੰਗ ਦੇ ਨਾਲ ਦੇਖਦੇ ਰਹਿੰਦੇ ਹਾਂ ਕਿ ਜਿਹੜਾ ਫੋਲੀਕਲ ਹੈ ਜਾਂ ਜਿਸ ਥੈਲੀ ਦੇ ਵਿੱਚ ਅੰਡਾ ਹੁੰਦਾ ਹੈ ਉਹ ਪ੍ਰੋਪਰਲੀ ਗਰੋ ਕਰ ਰਹੀ ਹੋਵੇ। ਸਾਡਾ ਏਮ ਹੁੰਦਾ ਹੈ ਕਿ ਅਸੀਂ 5 ਤੋਂ 6 ਅੰਡੇ ਇੱਕ ਸਾਈਕਲ ਦੇ ਵਿੱਚ ਗਰੋ ਕਰੀਏ, ਔਰ ਜਦੋਂ ਇਹ ਅੰਡੇ ਅਲਟਰਾਸਾਊਂਡ ਮੋਨੀਟਰਿੰਗ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਨੇ ਕਿ ਮੈਚਿਓਰ ਹੋ ਗਏ ਨੇ, ਉਦੋਂ ਅਸੀਂ ਇਹਨਾਂ ਨੂੰ HCG ਇੰਜੈਕਸ਼ਨ ਲਗਾਉਂਦੇ ਹਾਂ। HCG ਇੰਜੈਕਸ਼ਨ ਸਾਨੂੰ ਓਸਾਈਟ ਰਿਟਰੀਵਲ ਯਾਨੀ ਕਿ ਅੰਡੇ ਕੱਢਣ ਦੀ ਟੈਕਨੀਕ 'ਚ ਹੈਲਪ ਕਰਦਾ ਹੈਗਾ। HCG ਇੰਜੈਕਸ਼ਨ ਦੇ 34 ਘੰਟੇ ਬਾਅਦ ਅਸੀਂ ਅੰਡਿਆਂ ਨੂੰ ਔਰਤ ਦੇ ਸਰੀਰ 'ਚੋਂ ਬਾਹਰ ਕੱਢ ਲੈਂਦੇ ਹਾਂ। ਓਸਾਈਟ ਪਿਕਅਪ ਜਿਹੜਾ ਪ੍ਰੋਸੀਜਰ ਜਿਹੜਾ ਹੈਗਾ ਇਹ ਅਸੀਂ ਅਲਟਰਾਸਾਊਂਡ ਦੀ ਮਦਦ ਦੇ ਨਾਲ ਤੇ ਸਕਸ਼ਨ ਪੰਪ ਦੀ ਮਦਦ ਦੇ ਨਾਲ ਕਰਦੇ ਹਾਂ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਅੰਡੇ ਨੇ ਇਹ ਐਮਬਰੀਓਲੋਜਿਸਟ ਨੂੰ ਸਪੁਰਦ ਕਰ ਦਿੱਤੇ ਜਾਂਦੇ ਨੇ। ਲੈਬੋਰੇਟਰੀ ਦੇ ਵਿੱਚ ਅੰਡਿਆਂ ਦੀ ਕੁਆਲਿਟੀ ਦੀ ਅਸੈਸਮੈਂਟ ਹੁੰਦੀ ਹੈ ਅਤੇ ਉੱਥੇ ਅਸੀਂ ਮੇਲ ਦੇ ਸ਼ੁਕਰਾਣੂ ਲੈ ਕੇ ਉਹਨਾਂ ਨੂੰ ਵਾਸ਼ ਕਰਦੇ ਹਾਂ। ਇਹਦਾ ਬੇਸਿਕਲੀ ਕੰਸਨਟਰੇਟ ਕਰਨ ਦੇ 2 ਤਰੀਕੇ ਨੇ, ਇੱਕ ਤੇ ਹੈਗਾ ਸਪਰਮ ਵਾਸ਼ ਤੇ ਦੂਸਰਾ ਹੈਗਾ ਸਪਰਮ ਸਵਿਮ ਅਪ। ਡਿਪੈਂਡ ਕਰਦਾ ਕਿ ਅਸੀਂ ਕਿਹੜੀ ਟੈਕਨੀਕ ਅਪਣਾਵਾਂਗੇ। ਸਟੀਰੀਓ ਮਾਈਕਰੋਸਕੋਪ ਦੇ ਥੱਲੇ ਸਾਨੂੰ ਅੰਡੇ ਕੁਝ ਇਸ ਤਰ੍ਹਾਂ ਨਜ਼ਰ ਆਉਂਦੇ ਹਨ ਕਿ ਅਸੀਂ ਇਹਨਾਂ ਨੂੰ ਓਸਾਈਟ ਕਿਊਮੂਲਸ ਕੰਪਲੈਕਸ ਕਹਿੰਦੇ ਹਾਂ। ਜਿਵੇਂ ਕਿ ਅਸੀਂ ਸਕਰੀਨ ਦੇ ਉੱਤੇ ਦੇਖ ਰਹੇ ਹਾਂ, ਜਿਹੜਾ ਐਗ ਹੈ ਉਹ ਇੱਦਾਂ ਨਜ਼ਰ ਆਏਗਾ ਔਰ ਇਹਦੇ ਅਰਾਊਂਡ ਕਰੋਨਾ ਸੈਲਸ ਹੁੰਦੇ ਨੇ, ਜਿਹੜੇ ਕਿ ਅਸੀਂ ਬਾਅਦ ਦੇ ਵਿੱਚ ਇਹਨਾਂ ਦੀ ਥੋੜ੍ਹੀ ਜਿਹੀ ਡੀਨਿਊਡਿੰਗ ਕਰਕੇ ਤੇ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਇਨ ਵਿਟਰੋ ਫਰਟੀਲਾਈਜੇਸ਼ਨ ਵਾਸਤੇ ਯੂਜ਼ ਕਰੀਦਾ ਹੈ। ਫੀਮੇਲ ਦੇ ਜਿਹੜੇ ਅੰਡੇ ਨੇ ਉਹਨਾਂ ਨੂੰ ਅਸੀਂ ਮੇਲ ਸ਼ੁਕਰਾਣੂ ਦੇ ਨਾਲ ਮਿਕਸ ਕਰਦੇ ਹਾਂ। ਫਰਟੀਲਾਈਜੇਸ਼ਨ ਪਲੇਟ ਜਿਹੜੀ ਹੈਗੀ ਆ ਉਹਨੂੰ ਅਸੀਂ ਕਾਰਬਨ ਡਾਈਆਕਸਾਈਡ ਇਨਕਿਊਬੇਟਰ ਦੇ ਵਿੱਚ 48 ਘੰਟਿਆਂ ਦੇ ਵਾਸਤੇ ਰੱਖ ਦਿੰਦੇ ਹਾਂ, ਜਿਹਦਾ ਕਿ এনवायरमेंट ਜਿਹੜਾ ਉਹ ਬਿਲਕੁਲ ਮਾਂ ਦੇ ਬੱਚੇਦਾਨੀ ਦੇ ਵਕਨ ਹੀ ਹੁੰਦਾ ਹੈ। ਔਰ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਅੰਡਾ ਹੈ ਉਹ ਇਸ 48 ਘੰਟਿਆਂ ਦੇ ਦੌਰਾਨ ਫਰਟੀਲਾਈਜ਼ ਹੋ ਕੇ 4 ਸੈਲ ਸਟੇਜ ਤੱਕ ਵਿਕਸਿਤ ਹੋ ਜਾਂਦਾ ਹੈ। 48 ਘੰਟੇ ਬਾਅਦ ਅਸੀਂ ਇਹ ਐਮਬਰੀਓਜ਼ ਦੀ ਫਿਰ ਜਾਂਚ ਕਰਦੇ ਹਾਂ ਕਿ ਜਿਹੜੇ ਬੈਸਟ ਕੁਆਲਿਟੀ ਐਮਬਰੀਓ ਆ ਉਹਨਾਂ ਨੂੰ ਪਿਕਅਪ ਕਰਕੇ 2 ਜਾਂ 3 ਨੂੰ ਅਸੀਂ ਇੱਕ ਸਪੈਸ਼ਲ ਕੈਥੇਟਰ ਦੇ ਰਾਹੀਂ ਉਹਨਾਂ ਨੂੰ ਬੱਚੇਦਾਨੀ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਹਾਂ। ਇਸ ਟੈਕਨੀਕ ਨੂੰ ਅਸੀਂ ਐਮਬਰੀਓ ਟ੍ਰਾਂਸਫਰ ਟੈਕਨੀਕ ਜਾਂ ET ਟੈਕਨੀਕ ਵੀ ਕਹਿੰਦੇ ਹਾਂ। ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਕੋਈ 3 ਦਿਨ ਦਾ ਪ੍ਰੋਸੈਸ ਹੁੰਦਾ ਹੈ। ਇਟ ਇਜ਼ OPD ਪ੍ਰੋਸੀਜਰ, ਜਿਹਦੇ ਵਿੱਚ ਕਿ ਦੇਰ ਇਜ਼ ਨੋ ਐਡਮਿਸ਼ਨ, but patient has to be present in this same city when this procedure is going on for 3 to 4 days. ਡਾਕਟਰ ਪਰਮਜੀਤ, ਤੁਸੀਂ ਬੜੇ ਹੀ ਬਿਹਤਰ ਢੰਗ ਨਾਲ ਸਾਡੇ ਦਰਸ਼ਕਾਂ ਨੂੰ ਟੈਸਟ ਟਿਊਬ ਬੇਬੀ ਦੇ ਬਾਰੇ 'ਚ ਦੱਸਿਆ, ਤੇ ਹੁਣ ਤੁਸੀਂ ਦੱਸੋ ਕਿ ਇਹ ਟੈਕਨੀਕ ਕਿਹੜੇ ਪੇਸ਼ੈਂਟਸ ਵਾਸਤੇ ਬੈਨੀਫੀਸ਼ੀਅਲ ਹੁੰਦੀ ਹੈ? ਮੈਂ ਤੁਹਾਨੂੰ ਇਹਦੇ ਕਾਰਨ ਤੇ ਦੱਸ ਚੁੱਕੀ ਹਾਂ ਕਿ
ਔਰਤ ਦੀ ਉਮਰ ਜ਼ਿਆਦਾ ਹੋਏ ਜਾਂ ਪੁਰਸ਼ਾਂ ਦੇ ਵਿੱਚ ਸ਼ੁਕਰਾਣੂ ਮਾਤਰਾ ਬਹੁਤ ਹੀ ਘੱਟ ਹੋਵੇ ਜਾਂ ਟਿਊਬਲ ਬਲੋਕੇਜ ਹੋਵੇ, ਹਿਸਟਰੀ ਆਫ ਐਂਡੋਮੈਟ੍ਰੀਓਸਿਸ ਹੋਏ ਜਾਂ ਫਿਰ IUI ਦੇ 3 ਜਾਂ 4 ਸਾਈਕਲ ਫੇਲ ਹੋ ਚੁੱਕੇ ਹੋਣ, ਇਹਨਾਂ ਪੇਸ਼ੈਂਟਸ ਨੂੰ ਅਸੀਂ IVF ਵਾਸਤੇ ਕੰਸੀਡਰ ਕਰਦੇ ਹਾਂ। ਇਹਦਾ ਜਿਹੜਾ ਕੰਸੈਪਸ਼ਨ ਰੇਟ ਹੈ ਉਹ ਕੋਈ 35 ਤੋਂ 40% ਆ, ਔਰ ਦੇਖਿਆ ਗਿਆ ਕਿ 2 ਜਾਂ 3 ਮਹੀਨੇ ਦੇ ਅੰਦਰ ਪੇਸ਼ੈਂਟ ਜਿਹੜਾ ਹੈ ਇਹ ਕਨਸੀਵ ਕਰ ਜਾਂਦਾ ਹੈ। ਬਟ ਨਾਲ ਦੇ ਨਾਲ ਹੀ ਇਹਨਾਂ ਪੇਸ਼ੈਂਟਸ ਨੂੰ, ਕਿਉਂਕਿ ਅਸੀਂ ਬਾਹਰੋਂ ਅੰਡੇ ਬਣਾਉਣ ਵਾਸਤੇ ਇੰਜੈਕਸ਼ਨ ਦਿੰਦੇ ਹਾਂ, ਕਈ ਵਾਰੀ ਕੰਪਲਿਕੇਸ਼ਨ ਵੀ ਆ ਜਾਂਦੀ ਹੈ, ਜਿੱਦਾਂ ਕਿ ਇੱਕ ਮੇਜਰ ਕੰਪਲਿਕੇਸ਼ਨ ਹੈ ਜਿਹਨੂੰ ਅਸੀਂ ਓਵੇਰੀਅਨ ਹਾਈਪਰ ਸਟਿਮੂਲੇਸ਼ਨ ਸਿੰਡਰੋਮ ਜਾਂ OHSS ਕਹਿੰਦੇ ਹਾਂ। ਇਹਨਾਂ ਕੇਸਿਸ ਦੇ ਵਿੱਚ ਸਾਨੂੰ ਕਈ ਵਾਰੀ ਪੇਸ਼ੈਂਟ ਦਾ ਜਿਹੜਾ ਹੈਗਾ ਸਾਈਕਲ, IVF ਸਾਈਕਲ, ਉਹਨੂੰ ਕੈਂਸਲ ਕਰਨਾ ਪੈਂਦਾ ਹੈ, ਕਿਉਂਕਿ ਜਿਵੇਂ ਹੀ ਅਸੀਂ HCG ਦਾ ਇੰਜੈਕਸ਼ਨ ਲਾਉਂਦੇ ਹਾਂ ਤਾਂ ਕੰਪਲਿਕੇਸ਼ਨ ਹੋਰ ਵੀ ਵੱਧ ਜਾਂਦੀ ਹੈ। ਔਰ ਅਗਰ ਅਸੀਂ ਅੰਡਿਆਂ ਨੂੰ ਮਤਲਬ ਕਿ ਐਸਪੀਰੇਟ ਕਰ ਵੀ ਲੈਂਦੇ ਹਾਂ ਤਾਂ ਵੀ ਸਾਨੂੰ ਪੇਸ਼ੈਂਟ ਨੂੰ ਅੰਡਰ ਆਬਜ਼ਰਵੇਸ਼ਨ ਰੱਖਣਾ ਪੈਂਦਾ ਹੈ ਔਰ ਦੇਖਣਾ ਪੈਂਦਾ ਹੈ ਕਿ ਉਹਨਾਂ ਦਾ weight ਇਨਕਰੀਜ਼ ਨਾ ਹੋ ਰਿਹਾ ਹੋਏ, ਔਰ ਜ਼ਿਆਦਾ ਕੰਪਲਿਕੇਸ਼ਨ ਵਿੱਚ ਹਸਪੀਟਲਾਈਜੇਸ਼ਨ ਵੀ ਕਈ ਵਾਰੀ ਰਿਕੁਆਇਰਡ ਹੋ ਜਾਂਦੀ ਹੈ। ਡਾਕਟਰ ਪਰਮਜੀਤ, ਜਿਹੜੇ ਇਨਫਰਟਾਈਲ ਕਪਲ ਤੁਹਾਡੇ ਸੈਂਟਰ ਤੱਕ ਨਹੀਂ ਆ ਸਕਦੇ, ਕੀ ਤੁਹਾਡੇ ਸੈਂਟਰ ਵਿੱਚ ਕੋਈ ਇਹੋ ਜਿਹੀ ਫੈਸਿਲਿਟੀ ਅਵੇਲੇਬਲ ਹੈ ਜਿਹਦੇ ਨਾਲ ਉਹ ਘਰ ਬੈਠ ਕੇ ਹੀ ਇਹਦੇ ਬਾਰੇ ਚ ਡਿਟੇਲ ਵਿੱਚ ਇਨਫੋਰਮੇਸ਼ਨ ਲੈ ਸਕਣ? ਚੰਡੀਗੜ੍ਹ ਫਰਟੀਲਿਟੀ ਸੈਂਟਰ 15 ਸਾਲ ਪੁਰਾਣਾ ਸੈਂਟਰ ਹੈ ਔਰ ਇਹ ਹਿਮਾਚਲ, ਹਰਿਆਣਾ ਅਤੇ ਟਰਾਈ ਸਿਟੀ ਦੇ ਏਰੀਆਜ਼ ਨੂੰ ਕੇਟਰ ਕਰ ਰਿਹਾ ਹੈ। ਕਈ ਪੇਸ਼ੈਂਟਸ ਆਉਣ ਤੋਂ ਪਹਿਲਾਂ ਕੁਝ ਅਵੇਅਰਨੈਸ ਵਾਸਤੇ ਇਨਫੋਰਮੇਸ਼ਨ ਚਾਹੁੰਦੇ ਹੁੰਦੇ ਨੇ ਔਰ ਅਸੀਂ ਟਾਈਮ ਟੂ ਟਾਈਮ ਇਨਫੋਰਮੇਸ਼ਨ ਪ੍ਰੋਵਾਈਡ ਵੀ ਕਰਦੇ ਹਾਂ। ਹਾਲ ਦੀ ਘੜੀ ਅਸੀਂ ਇੱਕ ਇਨਫੋਰਮੇਸ਼ਨ ਬਰੋਸ਼ਰ ਛਾਪਿਆ ਹੈ ਜਿਸ ਦੇ ਵਿੱਚ ਬਾਂਝਪਨ ਦੇ ਸਮੱਸਿਆ ਦੇ ਕਾਰਨ, ਇਨਵੈਸਟੀਗੇਸ਼ਨ ਅਤੇ ਉਹਨਾਂ ਦੀਆਂ ਟ੍ਰੀਟਮੈਂਟ ਆਪਸ਼ਨਸ ਦੇ ਬਾਰੇ ਵਿਸਤਾਰਪੂਰਵਕ ਡਿਸਕਸ ਕੀਤਾ ਹੋਇਆ ਹੈ। ਸੋ ਜਿਨ੍ਹਾਂ ਵੀ ਪੇਸ਼ੈਂਟਸ ਨੂੰ ਇੱਥੇ ਆਉਣ ਤੋਂ ਪਹਿਲਾਂ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਉਹ ਸਾਨੂੰ ਡਾਕ ਦੇ ਰਾਹੀਂ ਜਾਂ ਟੈਲੀਫੋਨ ਦੇ ਉੱਤੇ ਆਪਣਾ ਪਤਾ ਦੇ ਕੇ ਇਹ ਬਰੋਸ਼ਰ ਮੰਗਵਾ ਸਕਦੇ ਹਨ ਅਤੇ ਆਉਣ ਤੋਂ ਪਹਿਲਾਂ ਆਪਣੀ ਸਮੱਸਿਆ ਬਾਰੇ ਥੋੜਾ ਜਾਗਰੂਕ ਹੋ ਸਕਦੇ ਹਨ। ਲਾਸਟਲੀ ਡਾਕਟਰ ਪਰਮਜੀਤ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਦੋਂ ਪੇਸ਼ੈਂਟ ਨੂੰ ਪਤਾ ਚੱਲਦਾ ਹੈ ਕਿ ਉਹਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਹੋ ਗਈ ਹੈ ਤੇ ਉਹ ਕਿੱਥੇ ਅਪਰੋਚ ਕਰ ਸਕਦਾ ਹੈ? ਅਗਰ ਕਿਸੇ ਕਪਲ ਨੂੰ ਵਿਵਾਹਿਤ ਜੋੜੇ ਨੂੰ 1 ਸਾਲ ਤੱਕ ਬੱਚਾ ਨਹੀਂ ਹੁੰਦਾ ਹਰ ਕੋਸ਼ਿਸ਼ ਦੇ ਬਾਵਜੂਦ, ਤਾਂ ਉਹਨਾਂ ਨੂੰ ਬਗੈਰ ਜ਼ਿਆਦਾ ਟਾਈਮ ਅਤੇ ਪੈਸਾ ਵੇਸਟ ਕੀਤੇ ਕਿਸੇ ਇਨਫਰਟੀਲਿਟੀ ਕਲੀਨਿਕ ਔਰ ਫਰਟੀਲਿਟੀ ਸਪੈਸ਼ਲਿਸਟ ਨੂੰ ਅਪਰੋਚ ਕਰਨਾ ਚਾਹੀਦਾ ਹੈ ਤਾਂ ਕਿ ਉਹ ਜ਼ਿਆਦਾ ਜਿੰਨਾ ਉਹਨਾਂ ਦਾ ਵਕਤ ਬਰਬਾਦ ਹੋਏਗਾ ਉਨਾ ਹੀ ਉਹਨਾਂ ਦੇ ਚਾਂਸਸ ਆਫ ਕਨਸੈਪਸ਼ਨ ਘਟਦੇ ਨੇ। ਔਰ ਦੇਖਿਆ ਗਿਆ ਕਿ ਪੇਸ਼ੈਂਟਸ ਕਈ ਵਾਰੀ ਬਹੁਤ ਸਾਲ ਇੱਧਰ ਉੱਧਰ ਧੱਕੇ ਖਾ ਕੇ ਫਿਰ ਇਨਫਰਟੀਲਿਟੀ ਸੈਂਟਰਸ ਬਾਰੇ ਸੋਚਦੇ ਨੇ। ਸੋ ਮੇਰੀ ਰਾਏ ਦੇ ਵਿੱਚ ਤਾਂ ਇਹੀ ਹੈ ਕਿ ਉਹ ਆਪਣੇ ਨਜ਼ਦੀਕੀ ਫਰਟੀਲਿਟੀ ਸੈਂਟਰ ਨੂੰ ਅਪਰੋਚ ਕਰਨ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਨੂੰ ਨਾਰਮਲ ਹਾਲਾਤ ਦੇ ਵਿੱਚ ਕਨਸੈਪਸ਼ਨ ਨਹੀਂ ਹੋ ਪਾ ਰਹੀ। ਸੋ ਅੱਜ ਅਸੀਂ ਗੱਲਬਾਤ ਕੀਤੀ ਚੰਡੀਗੜ੍ਹ ਫਰਟੀਲਿਟੀ ਸੈਂਟਰਸ ਦੇ ਡਾਕਟਰਸ ਦੇ ਨਾਲ, ਜਿਨ੍ਹਾਂ ਨੇ ਸਾਨੂੰ ਬਾਂਝਪਨ ਤੇ ਇਹਦੇ ਕਾਰਨ ਤੇ ਇਲਾਜ ਦੇ ਬਾਰੇ ਚ ਦੱਸਿਆ। ਤੇ ਹੁਣ ਮੈਨੂੰ ਦਵੋ ਇਜਾਜ਼ਤ। ਸਤਿ ਸ਼੍ਰੀ ਅਕਾਲ।